ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਕਲਗੀਧਰ ਕੀ ਬਰ ਕਥਾ, ਕਤੋਂ ਜਥਾ ਮਤ ਸੁਣੀਐ ਤਥਾ। ਸ਼੍ਰੀ ਕਲਗੀਧਰ ਕੀ ਬਰ ਕਥਾ, ਕਤੋਂ ਜਥਾ ਮਤ ਸੁਣੀਐ ਤਥਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਭੂਲ ਜੋ ਚੂਕ ਪਈ ਅਮਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਲਾਜ ਰਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਗ ਮਾਇ ਗਾਵਤ। ਤੂੰ ਬਖਸ਼ੰਦ ਸਦਾ ਸੁਖਦਾਇਕ, ਮੋਹ ਮਨ ਨਾਏ ਵਿਖੈ ਛੁਟਕਾਵਤ। ਲੋਹ ਤੇ ਹੇਮ ਅਰੰਡ ਤੇ ਚੰਦਨ, ਮਾਨੁਖ ਤੇ ਸੁਰ ਤੋਈ ਬਨਾਵਤ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਖਾਲਸੇ ਦੇ ਮਨ ਦੇ ਅੰਦਰ ਬਹੁਤ ਵੱਡੀ ਲਾਲਸਾ ਪੈਦਾ ਹੋਈ ਵੀ ਅਸੀਂ ਦਸ਼ਮੇਸ਼ ਪਿਤਾ ਦੀ ਮੁਬਾਰਕ ਰਸਨਾ ਤੋਂ ਭਗਤੀ ਦੇ, ਬੈਰਾਗ ਦੇ ਔਰ ਗਿਆਨ ਦੇ ਬਚਨ ਸੁਣਨੇ ਚਾਹੁੰਦੇ ਹਾਂ। ਸਾਡੇ ਮਨ ਦੇ ਵਿੱਚ ਵੀ ਸ਼ਾਂਤੀ ਟਿਕਾ, ਇਕਾਗਰਤਾ ਪੈਦਾ ਹੋ ਜਾਣੀ ਹੈ ਜਦੋਂ ਸਤਿਗੁਰੂ ਜੀ ਨੇ ਬੜੇ ਇਹੋ ਜਿਹੇ ਅਮੋਲਕ ਬਚਨ ਭਰੇ ਦੀਵਾਨ ਦੇ ਵਿੱਚ ਦੱਸਣੇ ਹਨ। ਇਹਦੇ ਨਾਲ ਬੜੀਆਂ ਸੰਗਤਾਂ ਨੇ ਵੀ ਲਾਭ ਉਠਾ ਲੈਣਾ, ਪਰ ਉਸ ਸਮੇਂ ਸਤਿਗੁਰੂ ਜੀ ਕਹਿ ਲੱਗੇ ਖਾਲਸਾ ਜੀ ਵੀ ਜੋ ਵੀ ਤੁਹਾਡੇ ਮਨ ਦੇ ਅੰਦਰ ਕੋਈ ਹੋ ਜੀ ਕਾਮਨਾ ਹੈ, ਜੋ ਵੀ ਤੁਸੀਂ ਭਗਤੀ ਦੇ, ਬੈਰਾਗ ਦੇ, ਗਿਆਨ ਦੇ ਬਚਨ ਸੁਣਨੇ ਵੀ ਚਾਹੁੰਦੇ ਹੋ, ਭਾਈ ਦਇਆ ਸਿੰਘ ਜੀ ਇਹ ਮੇਰਾ ਰੂਪ ਹੀ ਹੋ ਚੁੱਕੇ ਹਨ। ਜੋ ਹੈ ਤੁਹਾਡੇ ਮਨ ਦੀ ਲਾਲਸਾ ਭਾਈ ਦਇਆ ਸਿੰਘ ਜੀ ਨੇ ਪੂਰੀ ਕਰ ਦੇਣੀ ਹੈ। ਉਸ ਵਕਤ ਭਾਈ ਦਇਆ ਸਿੰਘ ਜੀ ਨੇ ਜੋ ਵੀ ਪ੍ਰਸੰਨ ਕਿਸੇ ਗੁਰ ਸਿੱਖ ਪ੍ਰੇਮੀ ਯੋਧੇ ਸੂਰਮੇ ਨੇ ਆਪਣੇ ਵੱਲੋਂ ਪਾਇਆ ਸੀ, ਉਸੇ ਤਰ੍ਹਾਂ ਦੇ ਜਿਹੜੇ ਉੱਤਰ ਭਾਈ ਦਇਆ ਸਿੰਘ ਜੀ ਨੇ ਆਪਣੀ ਰਸਨਾ ਤੋਂ ਸੁਣਾ ਦਿੱਤੇ ਸਨ। ਜਿਹੜੇ 52 ਕਵੀ ਲੇਖਾਰੀ ਬੜੇ ਹਿੰਦੁਸਤਾਨ ਦੇ ਮੰਨੇ ਪਰਮੰਨੇ ਵਿਦਵਾਨ ਪੰਡਤ, ਇਹ ਵੀ ਦੂਰੋਂ ਦੂਰੋਂ ਚੱਲ ਕੇ ਨਾ ਇਹ
ਸਤਿਗੁਰੂ ਜੀ ਦੇ ਪਾਵਨ ਨਗਰ ਆਨੰਦਪੁਰ ਦੇ ਵਿੱਚ ਰਹਿਣ ਲੱਗ ਪਏ। ਹੁਣ ਜਿਨ੍ਹਾਂ ਵਿਚਾਰਿਆਂ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਵੱਲੋਂ ਬੜਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ, ਕਹਿ ਲੱਗਿਆ ਵੀ ਆ ਤੁਸੀਂ ਕੋਈ ਵੀ ਆਪਣੇ ਵੱਲੋਂ ਤਵਾਰੀਖਾਂ ਨਹੀਂ ਲਿਖਣੀਆਂ ਹਨ। ਇਹਨੇ ਤਾਂ ਪਹਿਲਾਂ ਸਨਾਤਨ ਮਤ ਦੇ ਵੱਡੇ ਵੱਡੇ ਜਿਹੜੇ ਮੰਦਰ ਢਾਹ ਢਾਹ ਕਰਕੇ ਮਿੱਟੀ ਦੇ ਵਿੱਚ ਮਿਲਾ ਦਿੱਤੇ ਸੀ। ਜੇ ਕੋਈ ਵੀ ਸਨਾਤਨ ਮਤ ਨੂੰ ਧਾਰਨ ਕਰਨ ਵਾਲਾ ਵੀਰ ਆਪਣੇ ਮਤ ਦੀ ਵਡਿਆਈ ਸੋਭਾ ਕਰਦਾ ਹੈ, ਉਸ ਸਮੇਂ ਸੁਣ ਕਰਕੇ ਤੁਰਕਾਂ ਮੁਗਲਾਂ ਪਠਾਨਾਂ ਨੇ ਕਹਿਣਾ ਵੀ ਆ ਤੁਹਾਡੇ ਜਿਹੜੇ ਦੇਵਤੇ ਨੇ ਜ਼ਾਹਿਰ ਜਿਨ੍ਹਾਂ ਨੂੰ ਤੁਸੀਂ ਅਵਤਾਰ ਮੰਨਦੇ ਹੋ, ਅਤੇ ਉਹਨਾਂ ਦੇ ਮੰਦਰਾਂ ਦਾ ਢਾਹ ਕਰਕੇ ਚੂਨਾ ਬਣਾ ਦਿੱਤਾ, ਅਤੇ ਉਹ ਜਿਹੜਾ ਪੀਸਿਆ ਹੋਇਆ ਚੂਨਾ ਦੇਖ ਲਓ ਇਹ ਮਸੀਤਾਂ ਦੀਆਂ ਦਰਾਜਾਂ ਦੇ ਵਿੱਚ ਲੱਗ ਚੁੱਕੇ ਹੈ। ਹੁਣ ਇਹੋ ਜਿਹੇ ਤੁਹਾਡੇ ਆ ਜਿਹੜੇ ਦੇਵਤੇ ਅਵਤਾਰ ਰਿਸ਼ੀ ਮੁਨੀ ਉਹਨਾਂ ਨੇ ਤੁਹਾਡੀ ਕੀ ਬਾਹ ਪਕੜਨੀ ਹੈ? ਉਹ ਜਿਹੜੇ ਆਪਣੇ ਖੁਦ ਧਰਮ ਅਸਥਾਨਾਂ ਦੀ ਨਹੀਂ ਰੱਖਿਆ ਕਰ ਸਕਦੇ, ਤੁਹਾਡੀ ਫਿਰ ਉਹ ਪਰਲੋਕ ਦੇ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹਨ? ਕੀ ਤਾਕਤ ਹੈ ਉਹਨਾਂ ਦੇ ਵਿੱਚ ਜਿਹੜੇ ਆਪਣੇ ਅਸਥਾਨਾਂ ਨੂੰ ਨਹੀਂ ਬਚਾ ਸਕੇ? ਇਹੋ ਜਿਹੀਆਂ ਗੱਲਾਂ ਬਾਤਾਂ ਸੁਣ ਸੁਣ ਕਰਕੇ ਇਹਨਾਂ ਦਾ ਮਨ ਵੀ ਬੜਾ ਦੁਖੀ ਹੋ ਜਾਂਦਾ ਸੀ। ਸੋਚਿਆ ਵੀ ਇਸ ਵਕਤ ਫਿਰ ਇੱਕੋ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦੇ ਮਾਲਕ ਨੇ ਦਸ਼ਮੇਸ਼ ਪਿਤਾ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਕਰਕੇ ਆਪਾਂ ਨੂੰ ਰੋਜ਼ੀ ਔਰ ਬੜੀ ਮਾਇਆ ਪ੍ਰਾਪਤ ਹੋਣੀ ਹੈ। ਬੜੇ ਜਿਹੜੇ ਤੇਜ ਦਿਮਾਗ ਜ਼ਾਹਿਰ ਬੁੱਧੀ ਨੂੰ ਧਾਰਨ ਕਰਨ ਵਾਲੇ ਲੇਖਾਰੀ ਇਹੋ ਜਿਹੇ ਕਵਿਤਾ ਸਵਈਏ ਰਚ ਰਚ ਕਰਕੇ ਜਦੋਂ ਮਹਾਰਾਜ ਨੂੰ ਸੁਣਾਉਂਦੇ ਇਹਨਾਂ ਨੂੰ ਫਿਰ ਲੋਕਾਂ ਦੀ ਗਿਣਤੀ ਦੇ ਵਿੱਚ ਮਾਇਆ ਪ੍ਰਾਪਤ ਹੋ ਜਾਂਦੀ। ਅੱਗੇ ਨਾਲੋਂ ਇਹਨਾਂ ਦਾ ਮਨ ਦਾ ਜਿਹੜਾ ਹੌਸਲਾ ਉਤਸ਼ਾਹ ਸੈਂਕੜਾ ਗੁਣੇ ਵੱਧ ਗਿਆ ਵੀ ਇੱਥੇ ਸਾਡੀ ਜਿਹੜੀ ਪੜ੍ਹੀ ਹੋਈ ਵਿੱਦਿਆ ਨਾ ਉਹਦੀ ਕਦਰ ਹੋ ਰਹੀ ਹੈ। ਉਧਰੋਂ ਜਿਹੜੇ ਨੇ ਤੁਰਕ ਮੁਗਲ ਪਠਾਨ ਦੇਖੋ ਆਪਾਂ ਨੂੰ ਹਰ ਬਾਤ ਕਿਵੇਂ ਲਾਂਤਾਂ ਫਟਕਾਰਾਂ ਹੀ ਉੱਥੋਂ ਮਿਲਦੀਆਂ ਨੇ, ਹੋਰ ਤਾਂ ਕੁਝ ਮਿਲਿਆ ਨਹੀਂ। ਪਰ ਇੱਥੇ ਜਦੋਂ ਆਪਾਂ ਸਤਿਗੁਰੂ ਜੀ ਦੀ ਵਡਿਆਈ ਦੇ ਤਾਰੀਫ ਦੇ, ਚਾਹੇ ਕਿਸੇ ਨੇ ਕਵਿਤਾ ਬਣਾਇਆ ਹੈ, ਚਾਹੇ ਕਿਸੇ ਨੇ ਕੋਈ ਇਹੋ ਜਿਹਾ ਸੋਹਣਾ ਰਸਾਂ ਦੇ ਨਾਲ ਭਰਿਆ ਹੋਇਆ ਸਵਈਆ ਰਚਿਆ ਸੀ, ਸੁਣ ਸੁਣ ਕਰਕੇ ਦੀਨ ਦੁਨੀਆ ਦੇ ਮਾਲਕ ਉਹਨਾਂ ਦੀਆਂ ਜਿਹੜੀਆਂ ਝੋਲੀਆਂ ਮਾਇਆ ਨਾਲ ਭਰ ਦਿੰਦੇ ਸਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਕਲਗੀਧਰ ਕੀ ਬਰ ਕਥਾ। ਭਾਈ ਸਾਹਿਬ ਜੀ ਕਹਿੰਦੇ ਨੇ ਜੋ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਬੜੀ ਸ੍ਰੇਸ਼ਟ ਪਾਵਨ ਕਥਾ ਹੈ। ਕਥੋਂ ਜਥਾ ਮਤ ਸੁਣੀਐ ਤਥਾ। ਵੀ ਜਿਉ ਜੀ ਮੈਨੂੰ ਮਹਾਰਾਜ ਨੇ ਮਤ ਬਖਸ਼ੀ ਹੈ ਉਸੇ ਤਰ੍ਹਾਂ ਹੀ ਵਰਣਨ ਕਰਾਂਗਾ। ਅਦਭੁਤ ਕਰੀ ਚਰਤ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਅਮਾਤਲੋ ਦੀ ਧਰਤੀ 'ਤੇ ਅਵਤਾਰ ਧਾਰਨ ਕਰਕੇ ਬੜਾ ਹੀ
ਜਿਹੜੇ ਅਦਭੁਤ ਜੋ ਵੀ ਕੌਤਕ ਕੀਤੇ ਸਨ। ਕਹੇ ਜਿਨਹੋਂ ਭਈ ਪਾਵਨ ਬਾਨੀ। ਵੀ ਜਿਨ੍ਹਾਂ ਕੌਤਕਾਂ ਨੂੰ ਕਹਿਣ ਦੇ ਨਾਲ ਆ ਮੇਰੀ ਜਿਹੜੀ ਜ਼ਬਾਨ, ਮੇਰੀ ਜਿਹੜੀ ਰਸਨਾ, ਇਹ ਵੀ ਪਵਿੱਤਰ ਹੋ ਜਾਣੀ ਹੈ। ਜਦੋਂ ਮੈਂ ਹੁਣ ਸਤਿਗੁਰੂ ਜੀ ਦਾ ਪਾਵਨ ਜਸ ਆਪਣੀ ਰਸਨਾ ਤੋਂ ਉਚਾਰਨ ਕਰਨਾ ਹੈ। ਗੁਰ ਕੀ ਦਾਤ ਬੀਰਤਾ ਪਾਰੀ। ਜੋ ਸਤਿਗੁਰੂ ਜੀ ਦੀਆਂ ਦਾਤਾਂ, ਜੋ ਵੀ ਬੀਰਤਾ ਮੋਹਰਾਂ ਨੇ, ਜਿਹੜੇ ਕਮੀਣੇ ਸੋਦਰ ਲੋਕ ਪਹਾੜੀ ਰਾਜਿਆਂ ਦੀ ਨਿਗਾਹ ਦੇ ਵਿੱਚ ਤਾਂ ਗਿਰੇ ਚੁੱਕਿਆ ਸੀ ਵੀ ਜਿਹੋ ਜੀ ਬਹਾਦਰੀ ਜਿਵੇਂ ਜਿਵੇਂ ਮਹਾਰਾਜ ਨੇ ਉਹਨਾਂ ਦੇ ਮਨਾਂ ਦੇ ਅੰਦਰ ਬੜਾ ਇਹੋ ਜਿਹਾ ਬੀਰਸ ਤੇ ਬੜੀ ਦਲੇਰੀ ਭਰਨੀ ਕੀਤੀ ਹੈ। ਬੀਚ ਕਬਿਤਨ ਜਥਾ ਉਚਾਰੀ। ਉਹਨਾਂ ਲੇਖਾਰੀਆਂ ਨੇ, ਕਵੀਆਂ ਨੇ ਜਿਵੇਂ ਜਿਵੇਂ ਉਹ ਸਤਿਗੁਰੂ ਜੀ ਦੇ ਜਿਹੜੇ ਵਰਤਾਏ ਹੋਏ ਕੌਤਕ ਕਵਿਤਾ ਔਰ ਸਵਈਆਂ ਦੇ ਵਿੱਚ ਉਚਾਰਨ ਕੀਤੇ ਸਨ। ਅਬ ਸੋ ਲਿਖੋਂ ਕਵਨ ਕਹਿ ਜੈਸੀ। ਜਿਵੇਂ ਜਿਵੇਂ ਕਵੀਆਂ ਨੇ ਭਰੇ ਦਰਬਾਰ ਦੇ ਵਿੱਚ ਸੁਣਾਏ ਤੇ ਮੈਂ ਵੀ ਉਸੇ ਤਰ੍ਹਾਂ ਹੀ ਆਪਣੇ ਵੱਲੋਂ ਕਥਨ ਕਰਨ ਲੱਗਿਆ ਹਾਂ। ਸੁਨੋ ਖਾਲਸਾ ਉਪਮਾ ਤੈਸੀ। ਇਹ ਖਾਲਸਾ ਜੀ ਉਸੇ ਤਰ੍ਹਾਂ ਦੀ ਜਿਹੜੀ ਦਸ਼ਮੇਸ਼ ਪਿਤਾ ਦੀ ਉਪਮਾ ਵਡਿਆਈ ਕੰਨਾਂ ਦੇ ਨਾਲ ਸੁਣਨੀ ਕਰੋ। ਕਬਿਤ ਅਬਦ ਅਨਾਈ ਕਹਾਂ ਤਿਲਕ ਬਨਾਈ ਕਹਾਂ। ਕਵੀ ਜੀ ਕਹਿੰਦੇ ਨੇ ਵੀ ਜੇਕਰ ਅਯੁੱਧਿਆ ਪੁਰੀ ਦੇ ਵਿੱਚ ਜਿੱਥੇ ਸਰਜੂ ਨਦੀ ਵਗਦੀ ਹੈ ਉਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਕੀ ਕਿਸੇ ਨੂੰ ਫਲ ਪ੍ਰਾਪਤ ਹੋ ਜਾਣਾ। ਦੁਬਾਰਾ ਅਬਦ ਅਨਾਈ ਕਹਾਂ ਤਿਲਕ ਬਨਾਈ ਕਹਾਂ। ਤਿਲਕ ਬਨਾਏ ਕਹਾਂ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਲਾਉਣਾ ਜਾਨਾ। ਵੀ ਜੇ ਕਿਸੇ ਨੇ 12 ਤਿਲਕ ਜਿਸਮ ਦੇ ਉੱਪਰ ਲਗਾ ਵੀ ਲੈ ਤਾਂ ਕਿ ਉਹਦਾ ਫਲ ਪ੍ਰਾਪਤ ਹੋ ਜਾਣਾ। ਦਵਾਰਕਾ ਛਪਾਈ ਕਹਾਂ ਤਨ ਤਾਈਅਤ ਹੈ। ਪਹਿਲੇ ਸਮਿਆਂ ਦੇ ਵਿੱਚ ਲੋਕੀ ਦਵਾਰਕਾ ਦੇ ਵਿੱਚ ਜਾ ਕਰਕੇ ਆਪਣੇ ਸਰੀਰਾਂ ਦੇ ਅੰਗਾਂ ਦੇ ਉੱਪਰ ਛਾਪੇ ਲਗਾਉਂਦੇ ਸੀ ਵੀ ਇਹਦੇ ਨਾਲ ਸਾਡੀ ਕਲਿਆਣ ਹੋ ਜਾਣੀ ਹੈ। ਉਹਨਾਂ ਛਾਪਿਆਂ ਲਗਾਇਆ ਹੋਇਆਂ ਦਾ ਪ੍ਰਾਣੀ ਨੂੰ ਕੋਈ ਵੀ ਲਾਭ ਨਹੀਂ ਪ੍ਰਾਪਤ ਹੋਣਾ ਹੈ। ਕੋਬਿਦ ਕਹਾਈ ਕਹਾਂ ਬੇਨੀ ਕੇ ਮੁੰਡਾਈ ਕਹਾਂ। ਕੋਬਿਦ ਕਹਾਏ ਕਹਾ, ਜੇ ਕੋਈ ਆਪਣੇ ਆਪ ਨੂੰ ਵਿਦਵਾਨ ਪੰਡਤ ਕਵੀ ਕਹਾਉਣ ਲੱਗ ਪਿਆ ਤਾਂ ਕਿ ਹੋ ਜਾਣਾ ਹੈ। ਬੇਨੀ ਕੋ ਮੰਡਾਏ ਕਹਾ, ਜੇ ਕਿਸੇ ਨੇ ਬੋਧੀ ਆਪਣੀ ਮਨਾ ਕੇ ਗੰਗਾ ਮਈਆ ਦੇ ਜਲ ਦੇ ਵਿੱਚ ਤਾਰ ਦਿੱਤੀ ਤਾਂ ਵੀ ਉਹਨੂੰ ਕੋਈ ਖਾਸ ਫਲ ਨਹੀਂ ਪ੍ਰਾਪਤ ਹੋਵੇਗਾ। ਕਾਸੀ ਕੇ ਬਸਾਈ ਕਹਾਂ ਲਾਹਾ ਲਖੀਅਤ ਹੈ। ਵੀ ਕਾਸ਼ੀ ਸ਼ਹਿਰ ਦੇ ਵਿੱਚ ਜਿਹੜੇ ਇਹ ਵਾਰਤਾ ਨੂੰ ਮਨ ਦੇ ਵਿੱਚ ਸਮਝਦੇ ਨੇ ਵੀ ਇੱਥੇ ਮਰਨ ਦੇ ਨਾਲ ਸਾਡੀ ਮੁਕਤੀ ਹੋ ਜਾਏਗੀ, ਪਰ ਭਗਤ ਕਬੀਰ ਜੀ ਜੈਸੇ ਮਹਾਂਪੁਰਖਾਂ ਨੇ ਇਹੋ ਜਿਹੇ ਜਿਹੜੇ ਵਹਿਮ ਬੜੇ ਜਿਹੜੇ ਸ਼ੰਕੇ ਲੋਕਾਂ ਦੇ ਮਨ ਦੇ ਵਿੱਚ ਤਾਂ ਸਦੀਆਂ ਤੋਂ ਹੀ ਬੈਠੇ ਹੋਏ ਸਨ, ਉਹਨਾਂ ਨੂੰ ਆਪਣੀ ਬਾਣੀ ਦੁਆਰਾ ਵੀ ਦੂਰ ਕੀਤਾ ਹੈ। ਭਗਤ ਕਬੀਰ ਜੀ ਜੈਸੇ ਸਤਪੁਰਸ਼ਾਂ ਨੇ ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਵਾਰ ਮਾਘਰ ਉਠਾਇਆ। ਭਗਤ ਕਬੀਰ ਜੀ ਨੇ ਸੋਚਿਆ ਵੀ ਜੇ ਮੈਂ ਇੱਥੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਵੀ ਦਿੱਤਾ, ਲੋਕਾਂ ਨੇ ਸਮਝਣਾ ਵੀ ਇੱਥੇ ਤਾਂ ਪਹਿਲਾਂ ਹੀ शिव जी भगवान ने बड़े वरदान दिते हुए हैं। इसे करके भगत कबीर जी भी मुक्त होए ने। सगल जन्म शिवपुरी गवाया, मरती बार मगर उठाया। और खीरनों भगत कबीर जी ने अपना जड़ा शरीर मगर की धरती दे जाके छड्या, जिथे लोग समझते सी भी इत्थे मरन वाला
ਗਧੇ ਜੀ ਜੁਨੀ ਪਏਗਾ ਕਾਸ਼ੀ ਮਗਰ ਸਮ ਵਿਚਾਰੀ ਪੋਛੀ ਭਗਤ ਕੈਸੇ ਪੁੱਤਰ ਸਪਾਰੀ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉ ਕਹਿ ਰਮੈ ਕਬੀਰ ਵੀ ਭਾਵੇਂ ਕੋਈ ਬੋਧੀਆਂ ਮਨਾ ਕਰਕੇ ਜੇ ਕਿਸੇ ਨੇ ਗੰਗਾ ਦੇ ਜਲ ਦੇ ਵਿੱਚੋਂ ਤਾਰ ਵੀ ਦਿੱਤੀ ਤਾਂ ਕੀ ਮਿਲੂ। ਭਗਤ ਕਬੀਰ ਜੀ ਕਹਿੰਦੇ ਭਾਵੇਂ ਕੋਈ ਸਾਰੀ ਜ਼ਿੰਦਗੀ ਕਿਨਾਰੇ 'ਤੇ ਘਰ ਪਾ ਕੇ ਆਪਣਾ ਜੀਵਨ ਬਤੀਤ ਕਰੇ ਤਾਂ ਵੀ ਉਹ ਕਦੇ ਮੁਕਤ ਨਹੀਂ ਹੋ ਸਕੇਗਾ। ਮੋਹਨ ਮਨਾਈ ਕਹਾਂ ਮੋਹਨ ਮਨਾਏ ਕਹਾ ਕਹਿੰਦੇ ਦੁਆਪਰ ਜੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਸਰੀਰ ਕਰਕੇ ਤਾਂ ਹੈ ਨਹੀਂ, ਉਹਨਾਂ ਦੀ ਖੁਸ਼ੀ ਪ੍ਰਾਪਤ ਕੈਸੇ ਹੋ ਸਕਦੀ ਹੈ। ਪੋਪਤ ਰਿਜਾਈ ਕਹਾਂ ਪੋਪਤ ਰਜਾਏ ਕਹਾ ਕਿਸੇ ਨੇ ਵੱਡੇ ਵੱਡੇ ਉਹ ਰਾਜੇ ਮਹਾਰਾਜਿਆਂ ਨੂੰ ਬੜਾ ਸੇਵਾ ਕਰਕੇ ਪ੍ਰਸੰਨ ਵੀ ਕਰ ਲਿਆ। ਕਹਾਂ ਹੰਸ ਰਾਮ ਜੋ ਧਰਮ ਧਾਇਤ ਹੈ। ਹੰਸ ਰਾਮ ਕਵੀ ਕਹਿੰਦਾ ਹੈ ਵੀ ਜੇ ਕੋਈ ਮਨੁੱਖ ਭਾਵੇਂ ਸਾਰੀ ਧਰਤੀ ਦਾ ਵੀ ਚੱਕਰ ਕੱਟ ਲੈ ਤਾਂ ਵੀ ਉਹਨਾਂ ਨੂੰ ਕੋਈ ਇਹੋ ਜਿਹੀ ਦਾਤ ਨਹੀਂ ਪ੍ਰਾਪਤ ਹੋਣੀ ਹੈ। ਭਾਵੇਂ ਕੋਈ ਕਾਂਸੀ 'ਚ ਵਗ ਜੇ, ਚਾਹੇ ਕੋਈ ਵੱਡੇ ਵੱਡੇ ਚੱਕਰਵਰਤੀ ਰਾਜੇ ਮਹਾਰਾਜਿਆਂ ਦੀ ਸੇਵਾ ਕਰਕੇ ਉਹਨਾਂ ਨੂੰ ਖੁਸ਼ ਵੀ ਕਰ ਲੈਂਦਾ ਹੈ। ਚਾਰ ਹੂੰ ਬਰਨ ਤਾਂ ਕੀ ਹਰਨ ਕਲੇਸ਼ ਗੁਰ। ਪਰ ਦਸ਼ਮੇਸ਼ ਪਿਤਾ ਦੇ ਜਿਹੜੇ ਚਰਨ ਉਹ ਚਾਰੇ ਵਰਨਾਂ ਦੇ ਜਿਹੜੇ ਕਲਾ ਕਲੇਸ਼ ਉਹਨਾਂ ਨੂੰ ਨਾਸ ਕਰਨ ਦੇ ਲਈ ਬੜੇ ਸਮਰੱਥ ਹਨ। ਗੁਰ ਗੋਬਿੰਦ ਕੇ ਚਰਨ ਮੁਕਤ ਪਾਈਤ ਹੈ। ਸਤਿਗੁਰੂ ਜੀ ਦੇ ਚਰਨਾਂ 'ਚੋਂ ਤਾਂ ਜਗਿਆਸੂ ਆ ਮੁਕਤੀ ਦਾ ਵੀ ਦਾਨ ਪ੍ਰਾਪਤ ਕਰ ਲੈਂਦੇ ਨੇ। ਕਾਂਸ਼ੀ ਦੇ ਵਿੱਚ ਜਾ ਕਰਕੇ ਕਿਸੇ ਨੂੰ ਕੀ ਫਲ ਪ੍ਰਾਪਤ ਹੋਣਾ ਹੈ। ਜਹਾਂ ਦਿਨ ਕਰ ਕੋ ਪ੍ਰਤਾਪ ਦਿਨ ਮਾਨ ਨਾਹੀ। ਜਿੱਥੇ ਸੂਰਜ ਦੇ ਪ੍ਰਤਾਪ ਕਰਕੇ ਦਿਨਾਂ ਦੀ ਔਰ ਆ ਜਿਹੜੇ 7 ਵਾਰ ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਸਾਜੇ ਵੀ ਕਿਤੇ ਨਾ ਦਿਨ ਕਿਤਨੀਆਂ ਥਿੱਤਾਂ ਕਿਤਨੇ ਬਾਰ ਹੁਣ ਤੱਕ ਬਤੀਤ ਹੋ ਚੁੱਕੇ ਹਨ। ਜਹਾਂ ਨ ਦਿਲੀਸ਼ ਕੋ ਪ੍ਰਤਾਪ ਛਾਇਤ ਹੈ। ਕਹਿੰਦੇ ਜਿੱਥੇ ਬਾਦਸ਼ਾਹ ਔਰੰਗਜ਼ੇਬ ਵਰਗਿਆਂ ਦਾ ਵੀ ਤੇਜ ਪ੍ਰਤਾਪ ਨਹੀਂ ਪਹੁੰਚ ਸਕਦਾ। ਜਹਾਂ ਨਾ ਕਲਾ ਨਿਧ ਕੀ ਕਲਾ ਕੀ ਕਿਰਨ ਏਕ। ਜਿੱਥੇ ਚੰਦਰਮਾ ਦੀ ਇੱਕ ਵੀ ਜਿਹੜੀ ਕਿਰਨ ਉੱਥੇ ਜਾ ਨਹੀਂ ਸਕਦੀ ਹੈ। ਜਹਾਂ ਮ੍ਰਿਗ ਰਾਜਨ ਕੇ ਥਰ ਧਾਇਤ ਹੈ। ਵੀ ਜਿੱਥੇ ਆ ਵੱਡੇ ਵੱਡੇ ਸ਼ੇਰਾਂ ਦੇ ਝੁੰਡਾਂ ਦੇ ਝੁੰਡ ਵੀ ਪਹੁੰਚ ਨਹੀਂ ਸਕਦੇ ਹਨ। ਜਹਾਂ ਸੁਰ ਪਤ ਕੀਨਾ ਗਤ ਰਤ ਪਤ ਕੀਨਾ। ਜਿੱਥੇ ਨਾ ਜਿਹੜਾ ਸੁਰਗ ਲੋਕ ਦਾ ਦੇਵਤਾ ਇੰਦਰ ਉਹਦੀ ਵੀ ਕੋਈ ਗਮਤਾ ਨਹੀਂ। ਜਿੱਥੇ ਤੱਕ ਜਿਹੜਾ ਕਾਮਦੇਵ ਉਹਦੀ ਬੁੱਧੀ ਕੋਈ ਵਿਚਾਰ ਨਹੀਂ ਕਰ ਸਕੇਗੀ। ਮਤ ਕਹਾਂ ਧੌਲ ਪਤ ਹੂੰ ਮੈਂ ਪਾਇਤ ਹੈ। ਵੀ ਜੇ ਕੋਈ ਸ਼ਿਵ ਜੀ ਭਗਵਾਨ ਦੀ ਪੁਰੀ ਦੇ ਵਿੱਚ ਜਾ ਕੇ ਵਸ ਗਿਆ ਤਾਂ ਵੀ ਉਹਨਾਂ ਨੂੰ ਇਹੋ ਜੀ ਮਤ ਕਦੇ ਪ੍ਰਾਪਤ ਨਹੀਂ ਹੋਣੀ ਹੈ। ਜਹਾਂ ਸਰੁਤ ਸਿਮਰਤ ਸੁਣੀ ਨਾ ਸ਼ਰਵਣ ਸੁਪਨੇ ਹੂੰ। ਜਿੱਥੇ ਕਹਿੰਦੇ ਸੁਰਤੀਆਂ ਔਰ ਵੇਦਾਂ ਪੁਰਾਣਾਂ ਦੀਆਂ ਜਿਹੜੀਆਂ ਧੁਨੀਆਂ ਕਿਸੇ ਨੂੰ ਇਹ ਸੁਪਨੇ ਦੇ ਵਿੱਚ ਵੀ ਕੰਨਾਂ ਦੇ ਨਾਲ ਸੁਣਾਈ ਨਹੀਂ ਦਿੰਦੀਆਂ ਹਨ। ਤਹਾਂ ਗੁਰੂ ਗੋਬਿੰਦ ਕੋ ਜਸ ਗਾਇਤ ਹੈ। ਪਰ ਮੰਗਲ ਕਵੀ ਕਹਿੰਦਾ ਵੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਤਾਂ ਲੋਕ ਔਰ ਪਰਲੋਕ ਦੇ ਵਿੱਚ ਸਦਾ ਵਾਸਤੇ ਦੇਵਤੇ ਵੀ ਦੈਤ ਵੀ ਔਰ ਮਨੁੱਖ ਵੀ ਸਦਾ ਵਾਸਤੇ ਗਾਉਂਦੇ ਰਹਿੰਦੇ ਹਨ। ਜਿੱਥੇ ਹੁਣ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ 'ਚ ਕੋਈ ਵੀ ਇਹ ਵੇਦਾਂ ਪੁਰਾਣਾਂ ਦੀ ਗੱਲ ਨਹੀਂ ਕਰ ਸਕਦਾ ਡਰਦਾ ਹੋਇਆ, ਪਰ ਉੱਥੇ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਬਹਾਦਰੀ ਜੋ ਕਰਾਮਾਤਾਂ ਸ਼ਕਤੀਆਂ ਨੂੰ ਉਹਦੇ ਬਾਰੇ ਆਪਣੇ ਆਪ ਹੀ
ਲੋਕਾਂ ਦੇ ਕੋਲ ਪਤਾ ਲੱਗ ਜਾਂਦਾ ਸੀ। ਹੁਣ ਪਰਲੋਕ ਦੇ ਵਿੱਚ ਨਾ ਸੂਰਜ ਦੀਆਂ ਤੇ ਨਾ ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਕਦੇ ਵੀ ਪਹੁੰਚ ਨਹੀਂ ਸਕਦੀਆਂ ਹਨ। ਇਸ ਕਰਕੇ ਮੰਗਲ ਕਵੀ ਜੀ ਨੇ ਇਸ਼ਾਰਾ ਕੀਤਾ ਹੈ ਵੀ ਸਤਿਗੁਰੂ ਜੀ ਦਾ ਜਿਹੜਾ ਜਸ ਉਹ ਤਾਂ ਦੇਨ ਔਰ ਦੁਨੀਆ ਦੇ ਵਿੱਚ ਚਾਰੇ ਪਾਸੇ ਹੀ ਫੈਲ ਚੁੱਕਿਆ ਹੈ। ਸਵਈਆ ਕੌਣ ਬਨਾਰਸੀ ਬਾਸ ਕਰੈ। ਕਹਿਣ ਲੱਗੇ ਕਿਹੜਾ ਜਾ ਕੇ ਕਾਂਸ਼ੀ ਦੇ ਵਿੱਚ ਜਾ ਕਰਕੇ ਆਪਾਂ ਆਣਾ ਬਾਸਾ ਕਰੇਗਾ। ਜਹ ਬਾਸ਼ਕ ਨਾਗ ਹੀਏ ਮੈਂ ਲਸੈ। ਜਿੱਥੇ ਕਹਿੰਦੇ ਸ਼ਿਵ ਜੀ ਭਗਵਾਨ ਦੀ ਛਾਤੀ ਦੇ ਉੱਪਰ ਬਾਸਕ ਨਾਗ ਸਦਾ ਵਾਸਤੇ ਲਿਸ਼ਕਦਾ ਰਹਿੰਦਾ ਹੈ। ਹਉਦ ਕੋ ਅਵਸਰ ਨਾਥ ਭਇਓ। ਜੋ ਭਗਵਾਨ ਰਾਮਚੰਦਰ ਜੀ ਤ੍ਰੇਤੈ ਤੈ ਮਾਣਿਓ ਰਾਮ ਰਗਵੰਸ ਕਹਾਇਓ। ਅਯੁੱਧਪੁਰੀਆ ਅਯੁੱਧਿਆ ਪੁਰੀ ਦੇ ਵਿੱਚ ਪਹਿਲਾਂ ਹੋ ਚੁੱਕੇ ਹਨ। ਰਗਨਾਥ ਕੇ ਪਾਈ ਨਾ ਪਾਪ ਨਸੈ। ਵੀ ਇਸ ਵਾਰ ਹੁਣ ਭਗਵਾਨ ਰਾਮਚੰਦਰ ਜੀ ਦੇ ਦਰਸ਼ਨ ਹੀ ਨਾ ਹੋ ਸਕਦੇ। ਕਿਸੇ ਨੂੰ ਦਰਸ਼ਨ ਕੀਤੇ ਬਗੈਰ ਜਗਿਆਸੂਆਂ ਦੇ ਪਾਪ ਕਿਵੇਂ ਨਾਸ ਹੋ ਸਕਦੇ ਹਨ। ਕਰ ਮੁੰਡਨ ਕੌਣ ਸਿਤਾ ਸਿਤ ਮੈਂ। ਮੰਗਲ ਕਵੀ ਕਹਿੰਦਾ ਵੀ ਕਿਹੜਾ ਇਹੋ ਜਿਹਾ ਜਗਿਆਸੂ ਜਿਹੜਾ ਪ੍ਰਾਗ ਰਾਗ ਆਪਣਾ ਮੁੰਡਨ ਕਰਵਾ ਕੇ ਫਿਰ ਲੋਕਾਂ ਔਰ ਦੇਵਤਿਆਂ ਕੋਲ ਇਹੋ ਜਿਹਾ ਹਾਸਾ ਮਖੌਲ ਕਰਵਾਊ ਵੀ ਇਹਨੇ ਆਪਣੇ ਮੁੰਡਨ ਦਾ ਕਰਵਾ ਲੇ। ਪਰ ਹੁਣ ਇਹਦੀ ਕਲਿਆਣ ਤਾਂ ਕਲਯੁਗ ਦੇ ਸਮੇਂ ਦੇ ਵਿੱਚ ਹੋ ਨਹੀਂ ਨਾ ਸਕਣੀ। ਕਿਹੜਾ ਇਹੋ ਜਿਹਾ ਆਪਣਾ ਹਾਸਾ ਮਖੌਲ ਦੇਵਤਿਆਂ ਔਰ ਪ੍ਰਾਣੀਆਂ ਦੇ ਪਾਸੋਂ ਕਰਵਾਏਗਾ। ਜਹ ਦੀਖ ਕਰ ਲੋਕ ਕਰੋ ਦੀਵ ਹਸੈ। ਵੀ ਜਿਸ ਨੂੰ ਦੇ ਕਰਕੇ ਆਮ ਦੁਨਿਆਵੀ ਲੋਕ ਤੇ ਦੇਵਤੇ ਵੀ ਬੜਾ ਮਜ਼ਾਕ ਉਡਾਉਂਦੇ ਹਨ। ਯਮ ਤੇਗ ਬਹਾਦਰ ਆਨੰਦ ਜਗੀ। ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਤਿਗੁਰੂ ਸੱਚੇ ਪਾਤਸ਼ਾਹ ਜੋ ਆਨੰਦਪੁਰ ਦੇ ਵਿੱਚ ਆਪਣਾ ਪ੍ਰਕਾਸ਼ ਕਰ ਰਹੇ ਹਨ। ਕਿਨ ਗੋਬਿੰਦ ਰਾਏ ਗੁਰੂ ਦਰਸੈ। ਵੀ ਜਿਹੜਾ ਸਤਿਗੁਰੂ ਜੀ ਦੇ ਦਰਸ਼ਨ ਕਰ ਲੂ ਜਾ ਕੇ ਉਹਨੂੰ ਤਾਂ ਫਿਰ ਸਾਰੇ ਪਦਾਰਥ ਹੀ ਪ੍ਰਾਪਤ ਹੋ ਜਾਣੇ ਹਨ। ਕਬਿਤ ਚਾਰੋਂ ਚੱਕ ਸੇਵੈ ਗੁਰ ਗੋਬਿੰਦ ਤਿਹਾਰੇ ਪਾਈ। ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਦੇ ਚਰਨਾਂ ਦੀ ਜਿਹੜਾ ਸੇਵਾ ਇਹ ਤਾਂ ਚਾਰੇ ਚੱਕਾਂ ਦੇ ਵਿੱਚ ਰਹਿਣ ਵਾਲੇ ਲੋਕ ਸਦਾ ਦੇ ਲਈ ਕਰਦੇ ਨੇ। ਮੇਰੇ ਜਾਣੈ ਆਜ ਤੂੰ ਹੀ ਦੂਜੋ ਕਰਤਾਰ ਹੈ। ਵੀ ਮੇਰੇ ਪਾਦੇ ਤਾਂ ਅੱਜ ਤੁਸੀਂ ਹੀ ਸਰਗੁਣ ਰੂਪ ਦੇ ਵਿੱਚ ਆ ਮਾਤਲੋ ਦੀ ਧਰਤੀ ਤੇ ਦੂਜੇ ਕਰਤਾਰ ਪ੍ਰਗਟ ਹੋ ਚੁੱਕੇ ਹੋ। ਪ੍ਰਬਲ ਪ੍ਰਚੰਡ ਖੰਡ ਖੰਡ ਮਹਿ ਮੰਡਲ ਮਹਿ। ਜੋ ਧਰਤੀ ਦੇ ਮੰਡਲਾਂ ਦੇ ਵਿੱਚ ਥਾਂ ਥਾਂ ਤੇ ਬੜੇ ਦੁਸ਼ਟ ਪਾਪੀ ਜ਼ਾਲਮ ਪ੍ਰਬਲ ਹੋ ਚੁੱਕੇ ਹਨ। ਸਾਚੋ ਪਾਤਸ਼ਾਹ ਹੋ ਜਾਂ ਕੋ ਸਾਚੋ ਸਿਰ ਭਾਰ ਹੈ। ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਤਾਂ ਉਸ ਭਗਵਾਨ ਇੱਕ ਬਹੁਤ ਵੱਡਾ ਭਾਰ ਪਾਇਆ ਹੋਇਆ ਹੈ। ਕਾਮ ਨਾ ਕੇ ਦਾਨ ਬਾਨ ਜਾਂ ਕੀ ਹੰਸ ਰਾਮ ਕਹੈ। ਹੰਸ ਰਾਵ ਕਵੀ ਕਹਿੰਦਾ ਵੀ ਜੋ ਜਗਿਆਸੂਆਂ ਦੀਆਂ ਮੁਰਾਦਾਂ ਪੂਰੀਆਂ ਕਰਨੀਆਂ ਇਹ ਤਾਂ ਦਸ਼ਮੇਸ਼ ਪਿਤਾ ਨੂੰ ਪਹਿਲਾਂ ਤੋਂ ਹੀ ਆਦਤ ਪਈ ਹੋਈ ਹੈ। ਬਾਲਕ ਅਵਸਥਾ ਦੇ ਵਿੱਚ ਕਿਤਨੇ ਪ੍ਰਾਣੀਆਂ ਦੀਆਂ ਮਹਾਰਾਜ ਨੇ ਮੁਰਾਦਾਂ ਪੂਰੀਆਂ ਕੀਤੀਆਂ। ਸ਼ਿਵਦੱਤ ਵੰਡਤ ਉਹਨੂੰ ਵੀ ਨਿਹਾਲ ਕੀਤਾ। ਇਸੇ ਤਰ੍ਹਾਂ ਸੇਠ ਦੇ ਘਰ ਦੇ ਵਿੱਚ ਮਹਾਰਾਜ ਨੇ ਸੰਤਾਨ ਔਲਾਦ ਬਖਸ਼ੀ। ਹੰਸ ਰਾਮ ਕਵੀ ਕਹਿੰਦਾ ਹੈ ਵੀ ਮਹਾਰਾਜ ਨੂੰ ਜੋ ਜਗਿਆਸੂਆਂ ਦੀਆਂ ਮੁਰਾਦਾਂ ਪੂਰੀਆਂ ਕਰਨੀਆਂ ਇਹ ਤਾਂ ਪਹਿਲਾਂ ਤੋਂ ਹੀ ਬਾਣ ਪਈ ਹੋਈ ਹੈ। ਪਰਮ ਧਰਮ ਦੇਖੈ ਵਿਵਿਧ ਵਿਚਾਰ ਹੈ। ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਬਹੁਤ ਵੱਡਾ
ਧਰਮ ਵੀ ਪ੍ਰਾਪਤ ਹੋ ਜਾਂਦਾ ਹੈ। परम उदार पर पीर को हरनहार। ਸਤਿਗੁਰੂ ਜੀ ਨੇ ਬੜੇ ਉਦਾਰ ਸਖੀ ਦਾਤੇ ਔਰ ਦੂਜਿਆਂ ਦੀ ਜਿਹੜੀ ਪੀੜਾ ਤੇ ਦੂਜਿਆਂ ਦੇ ਦੁੱਖਾਂ ਨੂੰ ਵੀ ਕੱਟਣ ਵਾਲੇ ਹਨ। कौन जाने कौन भांत लीनो अवतार है। ਹੰਸ ਰਾਜ ਕਵੀ ਕਹਿੰਦਾ ਵੀ ਮੈਨੂੰ ਇਸ ਹਕੀਕਤ ਦੀ ਕੋਈ ਸਮਝ ਨਹੀਂ ਪੈਂਦੀ ਮਨ ਦੇ ਅੰਦਰ ਵੀ ਕਿਵੇਂ ਦੁਸ਼ਟ ਦਮਨ ਜੀ ਨੇ ਆ ਮਾਤ ਲਓ ਦੀ ਧਰਤੀ ਦੇ ਉੱਪਰ ਅਵਤਾਰ ਧਾਰਨ ਕਰ ਲਿਆ। ਚਿਤਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਇਹ ਵਚਨ ਮਹਾਰਾਜ ਨੇ ਆਪ ਵੀ ਉਚਾਰਨ ਕੀਤੇ ਹਨ। ਪਰ ਮਨੋਰਥ ਸਾਰਿਆਂ ਨਾਲੋਂ ਵੱਡਾ ਇਹੀ ਹੈ, ਧਰਮ ਵਿੱਚ ਲਾਵਨ ਸੰਤ ਵਾਰਨ ਦੁਸ਼ਟ ਸਵਨ ਕੋ ਮੂਲ ਪਾਰਨ। ਦੁਸ਼ਟਾਂ ਪਾਪੀਆਂ ਜ਼ਾਲਮਾਂ ਦਾ ਨਾਸ ਕਰਨ ਦੇ ਲਈ ਦਸ਼ਮੇਸ਼ ਪਿਤਾ ਅਮਾਤਲੋ ਦੀ ਧਰਤੀ ਦੇ ਉੱਪਰ ਪ੍ਰਗਟ ਹੋਏ ਹਨ। अथ शिकार वर्णनं। ਅੱਗੇ ਕਵੀ ਜੀ ਮਹਾਰਾਜ ਦੇ ਸ਼ਿਕਾਰ ਬਾਰੇ ਬਹੁਤ ਵੱਡੀ ਜਿਹੜੀ ਉਪਮਾ ਆਪਣੇ ਵੱਲੋਂ ਲਿਖਦੇ ਹਨ ਵੀ ਜਦੋਂ ਮਹਾਰਾਜ ਸ਼ਿਕਾਰ ਖੇਡਣ ਬਾਤੇ ਜਾਂਦੇ ਫਿਰ ਚਾਰੇ ਦਿਸ਼ਾ 'ਚ ਕਿਹੋ ਜੀ ਲੀਲਾ ਕਿਹੋ ਜਿਹੇ ਕੌਤਕ ਵਰਤ ਜਾਇਆ ਕਰਦੇ ਸਨ। कविता 20 बीसरा है गुरु गोबिंद की सरकार। ਸੱਚੀ ਸਰਕਾਰ ਦੇ ਪਾਸ ਇੱਕ ਛੋਟਾ ਜਿਹਾ ਜਿਹੜਾ ਹੈ ਬੇਸਰਾ ਨਾਮ ਦਾ ਜਾਨਵਰ ਪੰਛੀ, ਇਹ ਬਾਜ ਵਰਗਾ ਹੁੰਦਾ ਹੈ। ਬੇਸਰੇ ਨੂੰ ਮਹਾਰਾਜ ਆਪਣੇ ਹੱਥ ਦੇ ਉੱਪਰ ਬਿਠਾ ਕਰਕੇ ਰੱਖਿਆ ਕਰਦੇ ਸੀ। जाकी दहशत गिरे कोहन के कर हैं। ਉਸ ਬੇਸਰੇ ਦੀ ਦਹਿਸ਼ਤ ਦੇਖਣ ਦੇ ਨਾਲ ਉਹ ਵੱਡੇ ਵੱਡੇ ਪਹਾੜੀਆਂ ਦੇ ਘਰ ਹੀ ਗਿਰਨ ਲੱਗ ਜਾਂਦੇ ਸਨ। ਇਤਨੀ ਦਹਿਸ਼ਤ ਉਸ ਬੇਸਰੇ ਪੰਛੀ ਦੀ ਚਾਰੇ ਪਾਸੇ ਫੈਲ ਜਾਂਦੀ ਸੀ। जाकी दहशत बर बाजन बरना तरें। ਜਿਸ ਦੀ ਦਹਿਸ਼ਤ ਨੂੰ ਦੇ ਕਰਕੇ ਵੱਡੇ ਵੱਡੇ ਜਿਹੜੇ ਬਾਜ ਉਹ ਵੀ ਕਮਜ਼ੋਰ ਬਣ ਜਾਂਦੇ ਸਨ। जाकी दहशत छुटे बहरी के बर हैं। ਵੀ ਜਿਸ ਦੀ ਦਹਿਸ਼ਤ ਨੂੰ ਦੇਖਣ ਸਾਰ ਜਿਹੜਾ ਹੈ ਬਹਿਰੀ ਮਾਸ਼ਾਹਾਰੀ ਪੰਛੀ ਉਹ ਵੀ ਆਪਣਾ ਜਿਹੜਾ ਬਲ ਛੱਡ ਦਿੰਦਾ ਸੀ। जाकी दहशत चारा चुगत ना चक्रवाक। ਜਿਸ ਬੇਸਰੇ ਦੀ ਦਹਿਸ਼ਤ ਨੂੰ ਦੇਖਣ ਦੇ ਨਾਲ ਚੱਕਵਾ ਤੇ ਚੱਕ ਵੀ ਇਹ ਆਪਣਾ ਚੋਗਾ ਚੁਗਣਾ ਹੀ ਬੰਦ ਕਰ ਦਿੰਦੇ ਸਨ। जाकी दहशत सारदूल सुरत रहे। ਕਹਿੰਦੇ ਜਿਸ ਬੇਸਰੇ ਦੀ ਦਹਿਸ਼ਤ ਨੂੰ ਦੇਖ ਕੇ ਜਿਹੜੇ ਵੱਡੇ ਵੱਡੇ ਬਾਬਰ ਸ਼ਹਿਰ ਉਹ ਵੀ ਬੜੇ ਨਿਰਬਲ ਹੋ ਜਾਂਦੇ ਸਨ। सगरी जहान की बिहंग जिन भंग कीने। ਜਿਸ ਬੇਸਰੇ ਨੂੰ ਦੇਖਣ ਦੇ ਨਾਲ ਉਹ ਸਾਰੇ ਜਾਂਦੇ ਪੰਛੀ ਉਹ ਬਿਲਕੁਲ ਬੇਹੋਸ਼ ਹੋ ਜਾਂਦੇ ਸੀ। कोप सुन आबत कुलंग पाई तर हैं। ਜਿਹੜਾ ਕੁਲੰਗ ਨਾਮ ਦਾ ਬਹੁਤ ਵੱਡਾ ਪੰਛੀ ਇਹਦਾ ਡਰ ਮੰਨ ਕਰਕੇ ਆਪਣੇ ਆਪ ਹੀ ਇਹਦੇ ਪੈਰਾਂ ਦੇ ਥੱਲੇ ਆ ਜਾਂਦਾ ਸੀ। प्रेंग नंद दान दीन ताके ही अछत छीन। ਇਹ ਜਿਹੜੀ ਬੇਸਰੇ ਦੀ ਵਡਿਆਈ ਕਵੀ ਜੀ ਨੇ ਕੀਤੀ ਹੈ। ਪ੍ਰਗਨੰਦ ਦਾਨ ਦੀਨੋ ਸੋ ਜੋ ਪਰਸਰਾਮ ਜੀ ਹੋਏ ਹਨ, ਜਿਨ੍ਹਾਂ ਨੇ ਕਹਿੰਦੇ 21 ਵਾਰੀ ਛਤਰੀਆਂ ਨੂੰ ਨਾ ਮਾਰ ਕੇ ਆ ਧਰਤੀ ਦਾ ਜਿਹੜਾ ਸਾਰਾ ਰਾਜ ਭਾਗ ਬ੍ਰਾਹਮਣਾ ਪੰਡਤਾਂ ਦੇ ਹਵਾਲੇ ਕਰ ਦਿੱਤਾ ਸੀ। ਕਵੀ ਜੀ ਨੇ ਇੱਥੇ ਵੱਡੇ ਵੱਡੇ ਦਾਨਾਂ ਦੇ ਬਾਰੇ ਚਾਨਣਾ ਪਾਇਆ ਵੀ ਦਾਨ ਤਾਂ ਪਰਸਰਾਮ ਨੇ ਧਰਤੀ ਦਾ ਉਹਨਾਂ ਬ੍ਰਾਹਮਣਾ ਪੰਡਤਾਂ ਨੂੰ 21 ਵਾਰੀ ਆਪਣੇ
ਸਮੇਂ ਦੇ ਵਿੱਚ ਦਿੱਤਾ ਸੀ। ਜਾਚਤ ਫਿਰਤ ਦੀਨ ਦਿਜਨ ਕੋ ਗੋਤ ਹੈ। ਪਰ ਪਰਸਰਾਮ ਦੇ ਸਾਹਮਣੇ ਦੇ ਦਿਆਂ ਉਹ ਵਿਚਾਰੇ ਬ੍ਰਾਹਮਣ ਪੰਡਤ ਉਸੇ ਤਰ੍ਹਾਂ ਸਮਾਜ ਦੇ ਵਿੱਚ ਮੰਗਦੇ ਹੋਏ ਉਸ ਨੇ ਦੇਖ ਲਏ ਸਨ। ਜਿਹੜੇ ਖੱਤਰੀਆਂ ਦੇ ਬੱਚੇ ਕਹਿੰਦੇ ਜਵਾਨ ਹੋ ਕੇ ਫਿਰ ਉਹਨਾਂ ਤੋਂ ਧਰਤੀ ਦਾ ਰਾਜ ਪਾ ਖੋਹ ਲੈਂਦੇ। ਪਰਸੁਰਾਮ ਨੇ ਰਾਇ ਕਰਕੇ ਬਹੁਤ ਵੱਡਾ ਕਹਾੜਾ ਖੱਤਰੀਆਂ ਨੂੰ ਮਾਰਨਾ, ਫਿਰ ਰਾਜ ਭਾਗ ਉਹਨਾਂ ਦੇ ਸਪੁਰਦ ਕਰ ਦਿੰਦਾ ਸੀ। ਪਰ ਫਿਰ ਵੀ ਇਹ ਜਿਹੜਾ ਇਹਦਾ ਦਿੱਤਾ ਹੋਇਆ ਦਾਨ ਸਦਾ ਵਾਸਤੇ ਬ੍ਰਾਹਮਣਾ ਪੰਡਤਾਂ ਦੇ ਪਾਸ ਨਹੀਂ ਰਹਿ ਸਕਿਆ ਹੈ। ਰਾਮਚੰਦ ਆਨੰਦ ਸੰਦੋਹ ਅਸਮੇਤ ਬਿਖੈ। ਇਸੇ ਤਰ੍ਹਾਂ ਭਗਵਾਨ ਰਾਮਚੰਦਰ ਜੀ ਨੇ ਵੀ ਜਗ ਕਰ ਕਰਕੇ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਬੜਾ ਦਾਨ ਕੀਤਾ ਸੀ। ਪਾਇਓ ਦਾਨ ਖਾਇਓ ਪੋਤ ਪੋਤੇ ਨਾਤੀ ਪੋਤ ਹੈ। ਜੋ ਉਹਨਾਂ ਦੀ ਕੁਲ ਦੇ ਵਿੱਚ ਅੱਗੇ ਪੁੱਤ ਹੋ ਗਏ, ਪੋਤਰੇ ਹੋ ਗਏ, ਪੜਪੋਤਿਆਂ ਨੇ ਬੜਾ ਲੰਮਾ ਅਰਸਾ ਇਸ ਦਾਨ ਦੇ ਸੁੱਖਾਂ ਨੂੰ ਭੋਗਣਾ ਕੀਤਾ ਸੀ। ਪੰਡ ਪੋਤ ਸੂਰ ਸੁਤ ਆਦ ਜੀ ਸੰਤੋਖ ਸਿੰਘ। ਭਾਈ ਸਾਹਿਬ ਜੀ ਕਹਿੰਦੇ ਨੇ ਪੰਡ ਪੋਤ ਜੋ ਦਸ਼ਟਰ ਪ੍ਰੇਮ ਅਰਜਨ ਨਕੁਲ ਸਹਿਦੇਵ ਇਹਨਾਂ ਨੇ ਵੀ ਭਗਵਾਨ ਕ੍ਰਿਸ਼ਨ ਜੀ ਦਾ ਹੁਕਮ ਪਾ ਕਰਕੇ ਜਦੋਂ ਬਹੁਤ ਵੱਡਾ ਅਸਮੇਧ ਦਾ ਜੱਗ ਕੀਤਾ, ਕਹਿੰਦੇ ਉਸ ਸਮੇਂ ਦੁਰਯੋਧਨ ਨੇ ਇਹਨਾਂ ਨੂੰ ਹਾਰ ਦਿਵਾਉਣ ਦੇ ਲਈ ਅੰਨੇ ਵਾਹ ਬੜੀ ਮਾਇਆ ਲੁਟਾਈ ਲੋਕਾਂ 'ਚ। ਪੰਡ ਪੂਤ ਸੂਰ ਸੁਤਾਦ ਜੈ ਸੰਤੋਖ ਸਿੰਘ, ਪਰ ਉਹ ਜਿਹੜਾ ਉਹਨਾਂ ਦਾ ਕੀਤਾ ਹੋਇਆ ਦਾਨ ਸਦਾ ਵਾਸਤੇ ਰਹਿ ਨਹੀਂ ਸਕਿਆ। ਪੰਡ ਪੂਤ ਸੂਰ ਸੁਤ। ਇਸੇ ਤਰ੍ਹਾਂ ਰਾਜੇ ਕਰਨ ਦੇ ਬਾਰੇ ਵੀ ਸਾਰੇ ਸੁਣਦੇ ਰਹਿੰਦੇ ਨੇ ਵੀ ਉਹ ਸਵਾ ਮਨ ਸੋਨਾ ਦਾਨ ਕਰਕੇ ਫਿਰ ਆਪਣਾ ਅੰਨ ਜਲ ਛਕਿਆ ਕਰਦਾ ਸੀ। ਉਹ ਵੀ ਦਾਨ ਸਦਾ ਵਾਸਤੇ ਨਹੀਂ ਰਹਿ ਸਕਿਆ ਹੈ। ਦੀਨੋ ਜਿਨ ਦਾਨ ਪੁੰਨ ਛੀਨਤਾ ਉਦੋਤ ਹੈ। ਵੀ ਜਿਨ੍ਹਾਂ ਨੇ ਦਾਨ ਤਾਂ ਕੀਤੇ ਬਹੁਤ ਵੱਡੇ ਵੱਡੇ ਜ਼ਰੂਰ, ਪਰ ਹੌਲੀ ਹੌਲੀ ਉਹ ਫਿਰ ਸਾਰੇ ਨਾਸ ਹੋਣ ਲੱਗ ਪਏ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਦਾਨ ਦੀਨੋ ਕੋ ਨਾ ਸਮ। ਪਰ ਦਸ਼ਮੇਸ਼ ਪਿਤਾ ਨੇ ਆਪਣੇ ਖਾਲਸੇ ਨੂੰ ਇਹੋ ਜਿਹਾ ਦਾਨ ਬਖਸ਼ਿਆ ਜਿਹਦੇ ਸਮਾਨ ਹੋਰ ਕੋਈ ਵੀ ਸੰਸਾਰ ਦੇ ਅੰਦਰ ਇਹੋ ਜਿਹਾ ਦਾਨ ਹੋ ਹੀ ਨਹੀਂ ਸਕਦਾ। ਇਹ ਪ੍ਰਵਚਨ ਸੰਗਤਾਂ ਅਰਦਾਸ ਦੇ ਵਿੱਚ ਵੀ ਸੁਣਦੀਆਂ ਰਹਿੰਦੀਆਂ ਹਨ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕੈਸਾ ਦਾਨ ਦਿੱਤਾ ਆਪਣੇ ਗੁਰ ਸਿੱਖਾਂ ਨੂੰ। ਨਾਮ ਦਾਨ ਹੈ, ਇਸ਼ਨਾਨ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵੀਰਤਾ ਦਾ ਦਾਨ, ਸਾਤਰ ਵਿਦਿਆ ਦਾ ਦਾਨ, ਯਤੀਮਾਂ ਮਜ਼ਲੂਮਾਂ ਦੀ ਰੱਖਿਆ ਕਰਨ ਦਾ ਦਾਨ, ਇੱਕ ਦੂਜੇ ਦੇ ਵਿੱਚ ਮੇਲ ਇਤਫਾਕ ਪੈਦਾ ਕਰਨ ਦਾ ਦਾਨ, ਭਰੋਸਾ ਦਾਨ, ਵਿਵੇਕ ਦਾਨ, ਵਿਸਾਹ ਦਾਨ। ਇਹੋ ਜਿਹੇ ਦਾਨ ਇਹ ਤਾਂ ਕਦੇ ਵੀ ਮੁੱਕਣ ਦੇ ਵਿੱਚ ਨਹੀਂ ਆਉਂਦੇ ਹਨ। ਦਿਨ ਦਿਨ ਦੂਨੋ ਦੂਨੋ ਚੌਨੇ ਚੌਨੇ ਹੋਤ ਹੈ। ਕਵੀ ਜੀ ਆਪਣੇ ਵੱਲੋਂ ਬਚਨ ਕਰਦੇ ਨੇ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਜਿਹੜੇ ਦਿੱਤੇ ਹੋਏ ਦਾਨ ਹੁਣ ਵੀ ਦਿਨ ਦੁੱਗਣੇ ਤੇ ਰਾਤ ਚੌਗਣੇ ਵਰਤਮਾਨ ਸਮੇਂ ਦੇ ਵਿੱਚ ਵੀ ਬੜੇ ਵੱਧ ਰਹੇ ਹਨ। ਮਹਾਬਾਹੋ ਵੀਰ ਗੁਰੂ ਗੋਬਿੰਦ ਤਿਹਾਰੇ ਤਰਾਸ। ਅੱਗੇ ਲਿਖਦੇ ਨੇ ਕਵੀ ਜੀ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਦੀਆਂ ਭੁਜਾਂ ਦੇ ਵਿੱਚ ਵੀ ਇਤਨਾ ਬਲ, ਇਤਨਾ ਜਿਹੜਾ ਜ਼ੋਰ ਭਰਿਆ ਹੋਇਆ। ਬੈਰਨ ਕੀ ਸੈਨਾ ਬਨ ਬਨ ਵਿਚਰਤ ਹੈ। ਬੈਰੀਆਂ ਦੁਸ਼ਮਣਾਂ ਦੀਆਂ ਜਿਹੜੀਆਂ ਫੌਜਾਂ ਆਪ ਦਾ
ਤੇਜ ਪ੍ਰਤਾਪ ਦੇ ਕੇ ਇਹ ਰੋਈਆਂ ਬਿਆਬਾਨਾਂ ਦੇ ਵਿੱਚ ਹੀ ਦੌੜਨ ਲੱਗ ਜਾਂਦੀਆਂ ਹਨ। ਗਹਿ ਕਰ ਵਾਰ ਕਾਢ ਕਾਟ ਕਾ ਦੁਰਜਨ ਦਲ। ਜਦੋਂ ਆਪਨੇ ਫੌਲਾਦੀ ਲੋਹੇ ਦੀ ਮੈਦਾਨੇ ਦੇ ਵਿੱਚ ਕੱਢ ਕੇ ਤਲਵਾਰ ਉਹਨਾਂ ਜ਼ਾਲਮਾਂ ਪਾਪੀਆਂ ਦੇ ਸਿਰ ਵੱਢੇ ਸਨ। ਜੋਗ ਜੁਗੇ ਜੋਗਨ ਜਮਾਤ ਬਿਹਰਤ ਹੈ। ਉਸ ਸਮੇਂ ਸ਼ਿਵ ਜੀ ਭਗਵਾਨ ਆਪਣੀ ਸੈਨਾ ਇਸੇ ਤਰ੍ਹਾਂ ਬਹੁਤ ਸਾਰੀਆਂ ਜੋਗਣੀਆਂ ਨਾ ਇਹ ਲੈ ਕੇ ਵੱਡੀਆਂ ਜਮਾਤਾਂ ਨੂੰ ਮੈਦਾਨੇ ਜੰਗ ਦੇ ਵਿੱਚ ਪਹੁੰਚ ਗਈਆਂ ਵੀ ਇੱਥੇ ਸਾਨੂੰ ਖਾਣ ਦੇ ਲਈ ਬੜਾ ਖੁੱਲ੍ਹਾ ਡੁੱਲਾ ਜਿਹੜਾ ਮਾਸ ਯੋਧਿਆਂ ਸੂਰਮਿਆਂ ਦਾ ਪ੍ਰਾਪਤ ਹੋ ਜਾਣਾ। ਜੋਗਣੀਆਂ 64 ਜਿਵੇਂ ਮੰਨੀਆਂ ਨੇ, ਇਸੇ ਤਰ੍ਹਾਂ ਭੋਲਾਨਾਥ ਇਹ ਵੀ ਆਪਣੇ ਗਣਾਂ ਨੂੰ ਲੈ ਕਰਕੇ ਹਾਜ਼ਰ ਹੋ ਜਾਂਦੇ ਸੀ। ਸਹਿ ਥਨ ਹਨੇ ਰਿਪਾ ਹਾਥਨ ਕੀ ਕਾਇਨ ਤੀ। ਜਦੋਂ ਦਸ਼ਮੇਸ਼ ਪਿਤਾ ਨੇ ਬਰਸ਼ੀ ਦੇ ਨਾਲ ਉਹਨਾਂ ਜ਼ਾਲਮਾਂ ਪਾਪੀਆਂ ਦੇ ਸਰੀਰਾਂ ਦੇ ਵਿੱਚ ਵੱਡੇ ਵੱਡੇ ਜ਼ਖਮ ਕਰ ਦਿੱਤੇ। ਰੁਦਰ ਧਾਰ ਐਸੀ ਬਹੀ ਆਸ ਨਾ ਧਰਤ ਹੈ। ਬੇਤਨੇ ਖੂਨ ਦੀ ਜਿਹੜੀ ਤਾਰਾ ਵਗਣ ਲੱਗ ਪਈ ਉਹਨਾਂ ਜ਼ਖਮਾਂ ਚੋਂ। ਬੈਰੀਆਂ ਦੁਸ਼ਮਣ ਹੁਣ ਜਿਉਣ ਦੀ ਜਿਹੜੀ ਆਸਾ ਮਨ ਦੇ ਵਿੱਚੋਂ ਖਤਮ ਹੋ ਗਈ ਆ ਵੀ ਹੁਣ ਸਾਡਾ ਬਚਣਾ ਬੜਾ ਮੁਸ਼ਕਲ ਹੋ ਜਾਣਾ ਹੈ। ਆਗ ਲਾਗੇ ਧੂਮ ਭਈ ਕਰਨ ਆਕਾਰ ਸਮ। ਜਿਵੇਂ ਕਹਿੰਦੇ ਕਿਸੇ ਦੇ ਮਕਾਨ ਨੂੰ ਅੱਗ ਲੱਗਣ ਦੇ ਕਾਰਨ ਉਹਦੇ ਅੰਦਰ ਨਾ ਚਾਰੇ ਪਾਸੇ ਧੂੰਆਂ ਹੀ ਧੂੰਆਂ ਪਰ ਜਾਂਦਾ ਹੈ। ਮਨ ਹੋ ਚਰੋਖਨ ਚਰਪਿਨ ਕਰਤ ਹੈ। ਜਦੋਂ ਬਹੁਤ ਵੱਡੇ ਮਕਾਨ ਦੇ ਵਿੱਚ ਭਰ ਗਿਆ ਧੂੰਆਂ, ਜਿਹੜੇ ਹੁੰਦੇ ਨੇ ਚਰੋਖੇ ਕਹਿ ਲਓ, ਜਿਵੇਂ ਉਹ ਰੋਸ਼ਨ ਦਾਨਾ ਥਾਈ ਹੌਲੀ ਹੌਲੀ ਜਿਹੜਾ ਧੂੰਆਂ ਬਾਹਰ ਨਿਕਲਣ ਪੈਂਦਾ ਹੈ। ਸਵਈਆ ਸ਼੍ਰੀ ਗੁਰੂ ਗੋਬਿੰਦ ਖੱਗ ਗਹਿਓ ਅਰ ਫੌਜ ਜਿਨ ਕੀ। ਇਸੇ ਤਰ੍ਹਾਂ ਜਿਨ੍ਹਾਂ ਯੋਧੇ ਸੂਰਮਿਆਂ ਦੇ ਸਰੀਰਾਂ ਦੇ ਹੋ ਗਏ ਨਾ ਜ਼ਖਮ, ਉਹਨਾਂ ਦੇ ਵਿੱਚੋਂ ਜਿਵੇਂ ਉਹ ਧੂੰਆਂ ਚਰੋਖਿਆਂ ਵਿੱਚ ਦੀ ਨਿਕਲਦਾ, ਇਸੇ ਤਰ੍ਹਾਂ ਬੜੀ ਤੇਜ਼ ਧਾਰਾ ਦੇ ਨਾਲ ਖੂਨ ਵਗਣ ਲੱਗ ਪਿਆ ਸੀ। ਸ਼੍ਰੀ ਗੁਰੂ ਗੋਬਿੰਦ ਖੱਗ ਗਹਿਓ ਅਰ। ਸੱਚੇ ਪਾਤਸ਼ਾਹ ਵੀ ਜਦੋਂ ਤੁਸੀਂ ਨਾ ਆਪਣੇ ਹੱਥ ਦੇ ਵਿੱਚ ਫੌਲਾਦੀ ਲੋਹੇ ਦੀ ਤਲਵਾਰ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਆਉਂਦੇ ਹੋ, ਫੌਜਨ ਕੇ ਇਬ ਸੈਲ ਬਿਬਲ ਹੈ। ਉਸ ਸਮੇਂ ਬੈਰੀਆਂ ਦੁਸ਼ਮਣਾਂ ਦੀਆਂ ਫੌਜਾਂ 'ਚ ਬੜੀਆਂ ਜਿਹੜੀਆਂ ਭਾਜੜਾਂ ਪੈਦਾ ਹੋ ਜਾਂਦੀਆਂ ਹਨ। ਸਾਂਗ ਸੰਭਾਰ ਦਈ ਗੱਜ ਸੀਸ। ਜਦੋਂ ਭਾਈ ਬਚਤਰ ਸਿੰਘ ਨੇ ਇਹੋ ਜੀ ਤਿੱਖੀ ਨਾਗਣੀ ਪਹਾੜੀ ਰਾਜਿਆਂ ਦੇ ਹਾਥੀ ਦੇ ਮੱਥੇ ਦੇ ਵਿੱਚ ਸਿੱਧੀ ਖਬੋ ਦਿੱਤੀ ਸੀ, ਉਹਦੇ ਵੱਲ ਭਾਈ ਸਾਹਿਬ ਜੀ ਨੇ ਇੱਕ ਸਵਈਏ ਦੁਆਰਾ ਇਸ਼ਾਰਾ ਕੀਤਾ ਹੈ। ਅਸੀਸ ਦਈ ਹਰ ਘੁਮਤ ਗਲ ਹੈ। ਮਾਨੋ ਸਮੇਂ ਜਿਹੜਾ ਪਹਾੜੀ ਰਾਜਿਆਂ ਦਾ ਬਹੁਤ ਵੱਡਾ ਮਸਤ ਹਾਥੀ, ਉਹਨੇ ਵੀ ਭਾਈ ਬਚਤਰ ਸਿੰਘ ਜੀ ਦੇ ਅੱਗੇ ਆਪਣਾ ਸਿਰ ਝੁਕਾ ਕਰਕੇ ਅਸੀਸ ਦਿੱਤੀ। ਪਰ ਜਿਵੇਂ ਜਿਵੇਂ ਭਾਈ ਬਚਤਰ ਸਿੰਘ ਜੀ ਨੇ ਆਪਣੀ ਤਿੱਖੀ ਨਾਗਣੀ ਨੂੰ ਬੜੇ ਜ਼ੋਰ ਦੇ ਨਾਲ ਝੰਜੋੜਿਆ, ਉਸੇ ਵਕਤ ਤੋਂ ਜਿਹੜਾ ਪਹਾੜੀ ਰਾਜਿਆਂ ਦਾ ਹਾਥੀ ਵਾਪਸ ਜਿਵੇਂ ਮੁੜ ਪਿਆ ਸੀ। ਕਾਇਲ ਤੇ ਭਵ ਕੈ ਨਿਜ ਸਰਉਨ। ਉਸ ਹਾਥੀ ਦੇ ਸਰੀਰ ਦੇ ਵਿੱਚੋਂ ਜਿਹੜੇ ਹੋਏ ਸੀ ਵੱਡੇ ਵੱਡੇ ਜ਼ਖਮ, ਜਿਹੜਾ ਖੂਨ ਨਾ ਉਹ ਫੁਹਾਰਿਆਂ ਦੇ ਸਮਾਨ ਵਗਣ ਲੱਗ ਪਿਆ। ਫੁਹਾਰ ਨ ਲਓ ਉਪਮਾ ਸ਼ਬ ਫੈਲ ਹੈ। ਜਿਹੜੀ ਉਪਮਾ ਵਡਿਆਈ ਉਸ ਖੂਨ ਦੀ ਫੁਹਾਰਿਆਂ ਦੇ ਸਮਾਨ ਸਾਹਮਣੇ ਚਮਕਣ ਲੱਗ ਪਈ ਸੀ। ਦੋ ਪੁਜ ਹੀਲ ਮਨੋ ਹਨੂਮਾਨ। ਇਸ ਤਰ੍ਹਾਂ ਜਿਵੇਂ ਕਹਿੰਦੇ ਹਨੂਮਾਨ ਜੀ ਨੇ ਸੰਜੀਵਨੀ ਬੂਟੀ ਲਿਆਉਣ ਵਾਸਤੇ ਦੋਵੇਂ ਹੱਥਾਂ ਦੇ ਨਾਲ ਉਹ ਆਪਣਾ
ਪਹਾੜ ਹਲਾਇਆ ਸੀ। ਕਬਿਤਾ ਮਹਾਬਾਹੋ ਬਿਰਚ ਬਨੈਤ ਗੁਰੂ ਗੋਬਿੰਦ ਸਿੰਘ ਅਰ। ਇਸੇ ਤਰ੍ਹਾਂ ਜਦੋਂ ਭਾਈ ਬਚਿੱਤਰ ਸਿੰਘ ਜੀ ਨੇ ਆਪਣੀ ਨਾਗਣੀ ਹਲਾਈ ਤੇ ਉਸ ਸਮੇਂ ਕਿਤਨਾ ਜਿਹੜਾ ਨੁਕਸਾਨ ਉਸ ਮਸਤ ਹਾਥੀ ਨੇ ਉਹਨਾਂ ਫੌਜਾਂ ਦਾ ਹੀ ਕਰ ਦਿੱਤਾ ਸੀ। ਮਹਾਬਾਹੋ ਬਿਰਚ ਬਨੈ ਗੁਰੂ ਗੋਬਿੰਦ ਸਿੰਘ ਅਰ। ਸੱਚੇ ਪਾਤਸ਼ਾਹ ਵੀ ਆਪ ਦੀ ਬਹਾਦਰੀ, ਆਪ ਦੀ ਸੂਰਮ ਗਤੀ ਨੂੰ ਦੇਖਣ ਦੇ ਨਾਲ ਹੀ ਹਰ ਗੱਜ ਮਾਰ ਡਾਰੀ ਮਾਨੋ ਦਰਖਤ ਹੈ। ਜਿਵੇਂ ਕਹਿੰਦੇ ਆ ਜਿਹੜਾ ਹਾਥੀ ਹੈ ਨਾ, ਸੁੰਡ ਪਾ ਪਾ ਕੇ ਵੱਡੇ ਵੱਡੇ ਛੋਟੇ ਵੱਡੇ ਦਰਖਤਾਂ ਨੂੰ ਜੰਗਲਾਂ ਦੇ ਵਿੱਚੋਂ ਜੜ੍ਹਾਂ ਹੀ ਪੁੱਟ ਕਰਕੇ ਸੁੱਟਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀ ਆਪਣੀ ਸ੍ਰੀ ਸਾਹਿਬ ਲੈ ਕਰਕੇ ਆਉਂਦਾ ਹੈ, ਫਿਰ ਉਸ ਸਮੇਂ ਪਤਾ ਨਹੀਂ ਕਿਤਨੇ ਜਵਾਨਾਂ ਸਿਪਾਹੀਆਂ ਦਾ ਉਸ ਸਮੇਂ ਨੁਕਸਾਨ, ਕਿਤਨੇ ਜਵਾਨ ਸਿਪਾਹੀ ਉਸ ਤਲਵਾਰ ਦੇ ਨਾਲ ਕੱਟੇ ਜਾਂਦੇ, ਜਿਵੇਂ ਉਹ ਹਾਥੀ ਹੈ ਸੁੰਡ ਪਾ ਪਾ ਕਰਕੇ ਦਰਖਤਾਂ ਨੂੰ ਰੋਈਆਂ ਬਿਆਬਾਨਾਂ ਦੇ ਵਿੱਚੋਂ ਪੱਟਣ ਲੱਗ ਪੈਂਦਾ ਹੈ। ਪੈਰੋਂ ਉਹ ਬੇਤਾਲ ਪੂਤ ਕਰਤ ਬਿਹਾਰ ਤਹਾਂ। ਮੈਦਾਨੇ ਜੰਗ ਦੇ ਵਿੱਚ ਉਸ ਸਮੇਂ ਪੈਰੋਂ ਪੋਤ ਬੇਤਾਲ ਇਹ ਵੀ ਆ ਕੇ ਧਮੱਚੜ ਪਾਉਣ ਲੱਗ ਜਾਂਦੇ ਸੀ। ਹਾਰ ਕਰ ਬੀਕੋ ਮੁਖੀ ਪੰਚ ਪਰਖਤ ਹੈ। ਉਹ ਸਮੇਂ ਜਿਹੜੇ ਨੇ ਭੋਲੇਨਾਥ ਵੀ ਆਪਣੇ ਗਲ ਦਾ ਜਿਹੜਾ ਹਾਰ ਹੈ ਇਹ ਸੂਰਮਿਆਂ ਦੇ ਸਿਰਾਂ ਦਾ ਬਣਾਇਆ ਕਰਦੇ ਨੇ। ਉਹਨਾਂ ਨੇ ਵੀ ਮੈਦਾਨੇ ਜੰਗ ਦੇ ਵਿੱਚ ਪਹੁੰਚਣਾ, ਫਿਰ ਬਹਾਦਰਾਂ ਦੇ ਸਿਰਾਂ ਦੀ ਪਰਖ ਕਰਕੇ ਆਪਣੇ ਗਲ ਦੇ ਵਿੱਚ ਉਹਨਾਂ ਦੇ ਸਿਰਾਂ ਦਾ ਹਾਰ ਬਣਾ ਕਰਕੇ ਪਾਉਂਦੇ ਹਨ। ਲਹੂ ਕੀਚ ਭਰੀ ਗਜ ਮੋਤੀ ਲੈ ਗਗਨ ਗੀਦ। ਉਹ ਸਮੇਂ ਜਿਹੜੀਆਂ ਗਲਜਾਂ ਮੈਦਾਨੇ ਜੰਗ ਦੇ ਵਿੱਚੋਂ ਬਹੁਤ ਸਾਰੇ ਹੀਰੇ ਮੋਤੀ ਇਹ ਮਾਸ ਦੇ ਭੁਲੇਖੇ ਆਪਣੀ ਚੁੰਝ ਦੇ ਵਿੱਚ ਚੁੱਕ ਕਰਕੇ ਜਦੋਂ ਆਕਾਸ਼ ਦੇ ਵੱਲ ਉੱਡਦੀਆਂ ਹਨ। ਗਰਜੀ ਅਗਨ ਦੀਖੀ ਹਰ ਹਰ ਖਤ ਹੈ। ਪਰ ਜਦੋਂ ਜਾਂਦੀਆਂ ਨੇ ਉੱਪਰ ਨੂੰ ਲੈ ਕਰਕੇ ਉਹ ਜਵਾਨਾਂ ਦੇ ਹੀਰੇ ਮੋਤੀ ਭੁਲੇਖਾ ਪੈ ਜਾਂਦਾ ਵੀ ਤਾਂ ਅਸੀਂ ਅੱਗ ਦੇ ਜਿਹੜੇ ਅੰਗਿਆਰ ਆਪਣੇ ਮੂੰਹ ਦੇ ਵਿੱਚ ਚੁੱਕ ਲਏ ਹਨ। ਧੋਖੇ ਨਾ ਭਖਤ ਛੁਟ ਧਰਨ ਲਖਤ ਮਨੋ। ਫਿਰ ਧੋਖਾ ਜਾਣ ਕਰਕੇ ਉਹ ਜਿਹੜੀਆਂ ਗਿਲਜਾਂ ਹੀਰੇ ਮੋਤੀਆਂ ਨੂੰ ਆਪਣੇ ਮੂੰਹ ਦੇ ਵਿੱਚ ਨਹੀਂ ਪਾਉਂਦੀਆਂ ਹਨ। ਬਿਤਰੇ ਹਵਾ ਬਾਦਰ ਨਖਤ ਬਰਖਤ ਹੈ। ਉਹ ਸਮੇਂ ਮੈਦਾਨੇ ਜੰਗ ਦੇ ਵਿੱਚ ਇਉਂ ਸੋਭਾ ਇਉਂ ਉਪਮਾ ਹੋਣ ਲੱਗ ਪੈਂਦੀ ਵੀ ਜਿਵੇਂ ਆਕਾਸ਼ ਦੇ ਵਿੱਚੋਂ ਕਈ ਵਾਰੀ ਜਿਹੜੇ ਤਾਰੇ ਟੁੱਟ ਟੁੱਟ ਕਰਕੇ ਧਰਤੀ ਦੇ ਉੱਪਰ ਗਿਰਨ ਲੱਗ ਪੈਣ। ਉਹ ਜਿਹੜੀਆਂ ਗਲਜਾਂ ਡਰਦੀਆਂ ਹੋਈਆਂ ਹੀਰੇ ਮੋਤੀਆਂ ਨੂੰ ਖਾਂਦੀਆਂ ਤਾਂ ਹੈ ਨਹੀਂ, ਧਰਤੀ ਦੇ ਉੱਪਰ ਉਸੇ ਤਰ੍ਹਾਂ ਹੀ ਸੁੱਟਣ ਲੱਗ ਪੈਂਦੀਆਂ ਹਨ। ਹੁਣ ਜਿਸ ਪ੍ਰਕਾਰ ਕਵੀ ਜੀ ਨੇ ਹੋਰ ਬਹੁਤ ਸਾਰਿਆਂ ਦੇ ਵਿਦਵਾਨਾਂ ਦੇ ਜਿਹੜੇ ਕਵਿਤਾ ਸਵਈਏ ਆਪਣੇ ਵੱਲੋਂ ਲਿਖਣੇ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਧੋਖੇ ਨਾ ਭਖਤ ਛੁਟ ਧਰਨ ਲਖਤ ਮਨੋ। ਬਿਤਰੇ ਹਵਾ ਬਾਦਰ ਨਖਤ ਬਰਖਤ ਹੈ। ਹੇ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ।